ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਅੱਜ ਬਠਿੰਡਾ ਵਿਖੇ ਮਾਲਵਾ ਅਤੇ ਹਰਿਆਣਾ ਰਾਜਸਥਾਨ ਦੇ ਬਾਰਡਰ ਏਰੀਏ ਦੇ ਪਾਸਟਰਾਂ ਵੱਲੋਂ ਇਕੱਠ ਕੀਤਾ ਗਿਆ। ਇਕੱਠ ਵਿੱਚ ਪਾਸਟਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਾਸਟਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਕੀਤੇ ਜਾ ਰਹੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਸੋਸ਼ਲ ਮੀਡੀਆ ਤੇ ਉੱਠਦਾ ਹੈ ਪਾਸਟਰਾਂ ਦੇ ਖਿਲਾਫ ਬੋਲਣਾ ਸ਼ੁਰੂ ਕਰਦਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਪਾਸਟਰਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਬੋਲੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਪਾਸਟਰਾਂ ਲਈ ਜੋ ਸਰਕਾਰ ਵੱਖ-ਵੱਖ ਕਮਿਊਨਿਟੀਆਂ ਲਈ ਬੋਰਡ ਬਣਾਉਂਦੀ ਹੈ ਪਾਸਟਰਾਂ ਲਈ ਵੀ ਬਣਾਏ ਜਾਣ। ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਪਾਸਟਰਾਂ ਦੇ ਕੋਲ ਕਮਿਊਨਿਟੀ ਸੈਂਟਰ ਅਤੇ ਨਾ ਹੀ ਸ਼ਮਸ਼ਾਨ ਘਾਟ ਹਨ, ਉਹਨਾਂ ਨੂੰ ਵੀ ਬਣਾ ਕੇ ਦਿੱਤਾ ਜਾਵੇ। ਔਰ ਉਹਨਾਂ ਨੇ ਇਹ ਵੀ ਨਾਲ ਹੀ ਕਿਹਾ ਕਿ ਅਸੀਂ ਜੋ ਵੀ ਰੀਤੀ ਰਿਵਾਜ ਕਰਦੇ ਹਾਂ ਉਹ ਆਪਣੇ ਧਾਰਮਿਕ ਗ੍ਰੰਥ ਦੇ ਮੁਤਾਬਕ ਕਰਦੇ ਹਾਂ ਅਤੇ ਜੋ ਲੋਕ ਸਾਨੂੰ ਰੋਕਦੇ ਹਨ ਅਸੀਂ ਉਹਨਾਂ ਦਾ ਖੰਡਨ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕ੍ਰਿਸਚਨ ਭਾਈਚਾਰੇ ਦਾ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਦਾ ਸਰਕਾਰ ਸੁਰੱਖਿਆ ਦਾ ਪ੍ਰਬੰਧ ਕਰੇ। ਇਸ ਕਾਨਫਰੰਸ ਦੌਰਾਨ ਮੀਡੀਆ ਨੇ ਪਾਸਟਰਾਂ ਨੂੰ ਜਦੋਂ ਸਵਾਲ ਪੁੱਛਿਆ ਕਿ ਕੀ ਜੋ ਕ੍ਰਿਸਚਨ ਬਣ ਜਾਂਦੇ ਹਨ ਉਹਨਾਂ ਵਿੱਚ ਜਾਤ-ਪਾਤ ਖਤਮ ਹੋ ਜਾਂਦੀ ਹੈ ਤੇ ਪਾਸਟਰਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਜਵਾਬ ਦਿੱਤੇ। ਇੱਕ ਪਾਸਟਰ ਨੇ ਕਿਹਾ ਕਿ ਜੋ ਕ੍ਰਿਸਚਨ ਬਣ ਜਾਂਦੇ ਹਨ ਉਹਨਾਂ ਵਿੱਚ ਜਾਤ-ਪਾਤ ਖਤਮ ਹੋ ਜਾਂਦੀ ਹੈ, ਭਾਵ ਕਿ ਕ੍ਰਿਸਚਨਾਂ ਵਿੱਚ ਜਾਤ-ਪਾਤ ਨਹੀਂ ਹੁੰਦੀ। ਪਰ ਇੱਕ ਪਾਸਟਰ ਨੇ ਕਿਹਾ ਕਿ ਸਾਡੇ ਸ਼ਰਧਾਲੂ ਦੋ ਤਰ੍ਹਾਂ ਦੇ ਹੁੰਦੇ ਹਨ। ਤੀਸਰੇ ਨੇ ਕਿਹਾ ਕਿ ਜਨਮ ਤੋਂ ਲੈ ਕੇ ਮਰਨ ਤੱਕ ਕਾਸਟ ਨਾਲ ਹੀ ਜਾਂਦੀ ਹੈ, ਭਾਵੇਂ ਕਿ ਧਰਮ ਬਦਲਿਆ ਜਾਂਦਾ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਪਾਸਟਰਾਂ ਦੇ ਬਿਆਨ ਇਸੇ ਤਰ੍ਹਾਂ ਹੀ ਰਹਿੰਦੇ ਹਨ ਕਿ ਜਾਂ ਬਦਲ ਜਾਂਦੇ ਹਨ। ਸਾਡਾ ਪਵਿੱਤਰ ਗ੍ਰੰਥ A to Z ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਮੈਂ ਖੁਦ ਇੱਕ ਚਮਤਕਾਰ ਬੈਠਾ ਹੋਇਆ। ਚਮਤਕਾਰ ਪਵਿੱਤਰ ਬਾਈਬਲ ਵਿੱਚ ਲਿਖੇ ਹੋਏ ਨੇ, ਇਹ ਹੁੰਦੇ ਆ ਤੇ ਹੁੰਦੇ ਰਹਿਣਗੇ। ਸਾਡੇ ਵਿੱਚ ਕੋਈ ਕਾਸਟ ਨਹੀਂ ਹੁੰਦੀ, ਸਾਡੇ ਵਿੱਚ ਅਸੀਂ ਮਿਨੋਰਿਟੀ ਚਾਹੁੰਦੇ ਆ। ਜਿਹੜਾ ਪਿੱਛੋਂ ਪੈਦਾ ਹੋਇਆ ਉਹਨੂੰ ਉਦਾਂ ਹੀ ਰੱਖਾਂਗੇ, ਜਾਤੀ ਨਹੀਂ ਅਸੀਂ ਬਦਲ ਸਕਦੇ। जिसमें पैदा हुआ है मरते दम तक उसी में रहे। ਪਰ ਅੱਜ ਜਿਹੜਾ ਸਾਡਾ ਮੇਨ ਏਜੰਡਾ ਇੱਥੇ ਇਕੱਠੇ ਹੋਣ ਦਾ ਉਹ ਇਹ ਹੈ, ਜੋ ਹਾਲਾਤ ਕੁਝ ਸਮੇਂ ਤੋਂ ਬਣੇ ਹੋਏ ਨੇ ਉਹਦੇ ਮਕਸਦ ਲਈ ਅਸੀਂ ਇਕੱਠੇ ਹੋਏ ਆ। ਇੱਧਰ ਉੱਧਰ ਦੀਆਂ ਗੱਲਾਂ ਨਹੀਂ ਅਸੀਂ ਕਰਨਾ ਚਾਹੁੰਦੇ, ਟੂ ਦੀ ਪੁਆਇੰਟ ਗੱਲ ਕਰਨਾ ਚਾਹੁੰਦੇ ਆ। ਸਾਡਾ ਸਾਰਿਆਂ ਦਾ ਇਕੱਠਾ ਹੋਣਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਬਿਆਨਬਾਜ਼ੀਆਂ ਹੋਈਆਂ ਮਸੀਹ ਲੋਕਾਂ ਦੇ ਵਿਰੁੱਧ, ਮਸੀਹ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਈ, ਉਹਨਾਂ ਦੇ ਪ੍ਰਤੀ ਜੋ ਵੀ ਬਿਆਨਬਾਜ਼ੀਆਂ ਹੋਈਆਂ ਜਾਂ ਉਹਨਾਂ ਨੂੰ ਉਛਾਲਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਗਲਤ ਤਰੀਕੇ ਨਾਲ, ਢੰਗ ਤਰੀਕੇ ਨਾਲ, ਉਹਦੇ ਡਿਫੈਂਡ ਦੇ ਵਿੱਚ ਅਸੀਂ ਜੋ ਸਾਡਾ ਸਾਰਾ ਮਾਲਵਾ ਜ਼ੋਨ ਦੇ ਪਾਸਟਰ ਇਕੱਠੇ ਹੋਏ ਨੇ ਉਹਦੇ ਸਾਡੇ 5 ਅਸੀਂ ਪੁਆਇੰਟ ਨੇ ਜਿਹੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਆ। ਜਿਹੜਾ ਮੇਨ ਕਾਰਨ ਅਸੀਂ ਇਕੱਠੇ ਹੋਏ। ਹਾਂਜੀ ਉਹ ਬੋਲੋ। ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਪੰਜਾਬ ਵਿੱਚ ਇਸ ਵਕਤ ਸਾਡੇ ਪਾਸਟਰ ਸਾਹਿਬਾਨਾਂ ਨੂੰ ਅਖੌਤੀ ਪਾਸਟਰ ਕਿਹਾ ਜਾ ਰਿਹਾ ਹੈ, ਜਦੋਂ ਕਿ ਪਵਿੱਤਰ ਬਾਈਬਲ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਜਿਸ ਨੇ ਵੀ ਪ੍ਰਭੂ ਯਿਸੂ ਜੀ 'ਤੇ ਵਿਸ਼ਵਾਸ ਕਰ ਲਿਆ ਨਾ ਅਖੌਤੀ ਨਹੀਂ ਹੈ ਬਲਕਿ ਉਹ ਇੱਕ ਸੱਚਾ ਭਗਤ ਹੈ। ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਬੰਦ ਕੀਤੀ ਜਾਵੇ। ਦੂਸਰੀ ਗੱਲ ਹੈ ਕਿ ਜਿਹੜੇ ਪਿੰਡਾਂ ਵਿੱਚ ਬੋਰਡ ਲਗਾਏ ਜਾਂਦੇ ਨੇ ਕਿ ਇੱਥੇ ਪਾਸਟਰ ਸਾਹਿਬਾਨਾਂ ਦਾ ਆਉਣਾ ਮਨ੍ਹਾ ਹੈ, ਕੀ ਇਹ ਇੱਕ ਪੰਚਾਇਤ ਵੱਲੋਂ ਹੈ, ਕਿਸੇ ਅਦਾਰੇ ਵੱਲੋਂ ਹੈ, ਕਿ ਸਰਕਾਰੀ ਆ? ਇੱਕ ਪਰਸਨਲ ਆਦਮੀ ਉੱਠ ਕੇ ਇਹ ਬੋਰਡ ਲਗਾ ਦੇਵੇ, ਉਸ ਬੋਰਡ ਵਿੱਚ ਨਸ਼ੇਬਾਜ਼ ਲੋਕ ਤਾਂ ਜਾ ਸਕਦੇ ਨੇ ਉਸ ਪਿੰਡ ਵਿੱਚ ਜਿਹੜੇ ਨੇ ਉਹ ਜਿਹੜੇ ਮਤਲਬ ਅਸਮਾਜਿਕ ਤੱਤਵ ਤਾਂ ਜਾ ਸਕਦੇ ਨੇ, ਪਰ ਉਹ ਲੋਕ ਜਿਹੜੇ ਪਰਮੇਸ਼ਵਰ ਪਿਤਾ ਜੀ ਦਾ ਵਚਨ ਸੁਣਾਉਂਦੇ ਨੇ ਉਹਨਾਂ ਦੇ ਜਾਣ 'ਤੇ ਪਾਬੰਦੀ ਕਿਉਂ? ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਲੋਕਾਂ 'ਤੇ ਨੱਥ ਪਾਈ ਜਾਵੇ। ਨੰਬਰ ਦੂਸਰਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਦੇ ਰੀਤੀ ਰਿਵਾਜ ਕਰਦੇ ਨੇ। ਹਰ ਧਰਮ ਆਪਣੇ ਗ੍ਰੰਥ ਦੇ ਮੁਤਾਬਕ ਜਿਸ ਨੂੰ ਵੀ ਉਹ ਮੰਨਦਾ ਹੈ ਉਹਦੇ ਮੁਤਾਬਕ ਉਹਦੀ ਸ਼ਰਧਾ ਹੈ, ਉਹ ਰੀਤੀ ਰਿਵਾਜ ਉਹਦੇ ਮੁਤਾਬਕ ਕਰਦਾ ਹੈ ਤੇ ਉਹਨੂੰ ਕਰਨੇ ਚਾਹੀਦੇ ਨੇ। ਪਰ ਜੇਕਰ ਲੋਕ ਦੂਸਰੇ ਸਮਾਜ ਦੇ ਲੋਕ ਸਾਨੂੰ ਇਹ ਰੀਤੀ ਰਿਵਾਜ ਕਰਨ ਤੋਂ ਰੋਕਦੇ ਨੇ ਜਾਂ ਸਾਡੇ ਰੀਤੀ ਰਿਵਾਜਾਂ ਵਿੱਚ ਰੁਕਾਵਟ ਪਾਉਂਦੇ ਨੇ ਤਾਂ ਉਹਦਾ ਅਸੀਂ ਖੰਡਨ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਐਸੇ ਲੋਕਾਂ 'ਤੇ ਨੱਥ ਪਾਈ ਜਾਵੇ। ਨੰਬਰ 3, ਅਸੀਂ ਬੜੇ 75 ਸਾਲ ਤੋਂ ਇਸ ਦੇਸ਼ ਦੇ ਵਿੱਚ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸਾਡੇ ਪੁਰਖਿਆਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਅਤੇ ਉਸ ਆਜ਼ਾਦੀ ਵਿੱਚ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਮਸੀਹ ਕੌਮ ਇੱਕ ਕੌਮ ਦੇ ਤੌਰ 'ਤੇ ਆਪਣਾ ਆਦਰ ਅਤੇ ਮਾਣ ਰੱਖ ਕੇ ਜਿਉਂਦੀ ਰਹਿ ਸਕੇ। ਉਹਦੇ ਲਈ ਜਿਹੜੀਆਂ ਸਾਡੀਆਂ ਸਹੂਲਤਾਂ ਬਣਦੀਆਂ ਨੇ ਉਹ ਸਾਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਐਸੀ ਕਾਰਪੋਰੇਸ਼ਨ ਹੈ
BC ਕਾਰਪੋਰੇਸ਼ਨ ਹੈ। ਈਵਨ ਇੱਥੇ ਤੱਕ ਹੈ ਕਿ ਮੈਨੂੰ ਪਿਛਲੇ ਦਿਨਾਂ ਵਿੱਚ ਪਤਾ ਲੱਗਾ ਇੱਕ ਕੁਝ ਹੋਰ ਬਰਾਦਰੀਆਂ ਦੇ ਕਾਰਪੋਰੇਸ਼ਨ ਬਣੇ ਹੋਏ ਨੇ। ਸਾਡੇ ਵੀ ਜਿਹੜੇ ਆਰਥਿਕ ਕਾਰਪੋਰੇਸ਼ਨ ਹੋਣੇ ਚਾਹੀਦੇ ਆ, ਦੂਸਰੇ ਕਾਰਪੋਰੇਸ਼ਨ ਹੋਣੇ ਚਾਹੀਦੇ ਆ, ਜਿਨ੍ਹਾਂ ਵਿੱਚ ਸਾਡੇ ਨੁਮਾਇੰਦੇ ਬੈਠ ਕੇ ਸਾਡੀ ਕੌਮ ਦੇ ਭਲੇ ਦੀਆਂ ਗੱਲਾਂ ਕਰ ਸਕਣ। ਇਹ ਸਾਡੀਆਂ ਸਹੂਲਤਾਂ ਨੇ। ਪੰਜਾਬ ਵਿੱਚ ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਸਾਡੇ ਕੋਲ ਕਬਰਸਤਾਨ ਨਹੀਂ ਹਨ। ਕੀ ਜੇ ਲੋਕਾਂ ਕੋਲ, ਦੂਸਰੇ ਕੌਮਾਂ ਕੋਲ, ਸਮਾਜ ਕੋਲ ਸ਼ਮਸ਼ਾਨ ਘਾਟ ਹੋ ਸਕਦੇ ਨੇ ਤੇ ਸਾਡੇ ਲਈ ਕਬਰਸਤਾਨ ਕਿਉਂ ਨਹੀਂ? ਕੀ ਅਸੀਂ ਇੱਥੋਂ ਦੇ ਨਾਗਰਿਕ ਨਹੀਂ ਹਾਂ? ਇਹਦੇ ਵਾਸਤੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਸਾਨੂੰ ਵੀ ਇਸ ਇੱਕ ਕੌਮ ਮੰਨਦਿਆਂ ਹੋਇਆਂ ਸਾਡੀਆਂ ਬਣਦੀਆਂ ਸਹੂਲਤਾਂ ਜਿਹੜੀਆਂ ਸਾਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਨੰਬਰ 4 ਕੀ ਹੈ ਕਿ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ, ਜਿਹਦਾ ਜੀ ਕਰਦਾ ਹੈ ਉੱਠ ਕੇ ਮਾਈਕ ਚੱਕਦਾ ਹੈ ਅਤੇ ਲਾਈਵ ਹੋ ਜਾਂਦਾ ਹੈ ਅਤੇ ਜੋ ਮੂੰਹ 'ਚ ਆਉਂਦਾ ਹੈ ਉਹ ਬੋਲ ਦਿੰਦਾ ਹੈ। ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਬੈਨ ਲੱਗਣਾ ਚਾਹੀਦਾ ਹੈ। ਸੋਸ਼ਲ ਮੀਡੀਆ ਤੇ ਬੈਨ ਲਾ ਕੇ ਸਿਰਫ ਉਹਨਾਂ ਦੇ ਬਿਆਨ ਹੀ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾਏ ਜਾਣ ਜਿਹੜੇ ਤੁਹਾਡੀ ਸਮਾਜ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਦੇ ਨੇ। ਅਸੀਂ ਏਕਤਾ ਤੇ ਅਖੰਡਤਾ ਦੇ ਹਾਮੀ ਹਾਂ, ਸ਼ਾਂਤੀ ਦੇ ਪੁਜਾਰੀ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਵਿੱਚ ਸਾਡਾ ਜਿਹੜਾ ਭਾਈਚਾਰਕ ਸਾਂਝ ਹੈ ਬਣੀ ਰਹੇ ਅਤੇ ਇਸੇ ਕਰਕੇ ਹੀ ਮਸੀਹ ਕੌਮ ਦੁਨੀਆ, ਪੰਜਾਬ ਵਿੱਚ ਨਹੀਂ, ਹਿੰਦੁਸਤਾਨ 'ਚ ਨਹੀਂ, ਦੁਨੀਆ ਵਿੱਚ ਇੱਕ ਸ਼ਾਂਤੀ ਪਸੰਦ ਕੌਮ ਗਿਣੀ ਜਾਂਦੀ ਹੈ। ਨੰਬਰ 5 ਕੀ ਹੈ? ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਜਿਹੜੇ ਆਮ ਸਮਾਜ ਦੇ ਲੋਕ ਨੇ, ਆਮ ਧਰਮਾਂ ਦੇ ਲੋਕ ਨੇ, ਉਹਨਾਂ ਦੇ ਆਗੂਆਂ ਨੂੰ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਅਤੇ ਅਲੱਗ-ਅਲੱਗ ਜਗ੍ਹਾ ਤੇ ਬਹੁਤ ਜ਼ਿਆਦਾ ਆਦਰ ਦਿੱਤਾ ਜਾਂਦਾ ਹੈ। ਪਰ ਸਾਡੇ ਪਾਸਟਰ ਸਾਹਿਬਾਨ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਸਿਰਾਂ ਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਸ਼ ਦਿੱਤੀ ਹੁੰਦੀ ਆ, ਥਾਪਿਆ ਹੁੰਦਾ, ਉਹਨਾਂ ਨੂੰ ਉਹ ਆਦਰ ਨਹੀਂ ਮਿਲਦਾ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਕੋਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਹੱਕ ਬਣਦਾ ਹੈ, ਜਿਹੜਾ ਸਾਡਾ ਆਦਰ ਮਾਣ ਬਣਦਾ ਹੈ, ਉਹ ਸਾਡੀ ਇੱਕ ਕੌਮ ਨੂੰ ਦਿੱਤਾ ਜਾਣਾ ਚਾਹੀਦਾ ਹੈ। ਅੱਜ ਸਾਡੇ 5 ਮੁੱਦਿਆਂ ਤੇ ਇਹ ਮਾਲਵਾ ਜ਼ੋਨ ਦੇ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ। ਖਾਸ ਤੌਰ ਤੇ ਸਾਡੇ ਕੋਲ ਕਮਿਊਨਿਟੀ ਹਾਲ ਨਹੀਂ ਹੈਗੇ, ਸਾਡੇ ਕੋਲ ਕਬਰਸਤਾਨ ਨਹੀਂ ਹੈਗੇ, ਸਿਰਫ ਸਾਡੇ ਸਕੂਲ ਦਿਖਾਈ ਦਿੰਦੇ ਨੇ। ਸਕੂਲਾਂ ਵਿੱਚ ਜੋ ਕੁਛ ਅਸੀਂ ਦੇ ਰਹੇ ਹਾਂ ਇਹ ਕ੍ਰਿਸਚੀਅਨ ਕਮਿਊਨਿਟੀ ਦੀ ਇੱਕ ਬਹੁਤ ਵੱਡੀ ਦੇਣ ਆ ਜਿਹੜੀ ਇੰਡੀਆ, ਭਾਰਤ ਵਿੱਚ ਨਹੀਂ ਬਲਕਿ ਸਾਰੇ ਸੰਸਾਰ ਵਿੱਚ ਅਸੀਂ ਦਿੱਤੀ ਹੈਗੀ ਆ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਦੇ ਨਾਲ। ਇੱਕ ਜਿਹੜਾ 5ਵਾਂ ਪੁਆਇੰਟ ਹੈ ਉਹਦੇ ਤੇ ਅਸੀਂ ਥੋੜੀ ਜਿਹੀ ਗੱਲ ਕਰਨਾ ਚਾਹੁੰਦੇ ਹਾਂ। ਜਿਹੜੇ ਸਾਡੇ ਧਾਰਮਿਕ ਸਥਾਨ ਨੇ ਜੀ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜੀ। ਚੱਲਦੀਆਂ ਸਭਾ ਜਿਹੜੀਆਂ ਸਤਸੰਗ ਸਾਡੇ ਹੁੰਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ। ਤੁਸੀਂ ਕੋਈ ਵੀ ਧਾਰਮਿਕ ਪ੍ਰੋਗਰਾਮ ਦੇਖੋ, ਉਹਨੂੰ ਸਾਰੇ ਹੀ ਆਦਰ ਦਿੰਦੇ ਨੇ, ਕੋਈ ਨਹੀਂ ਰੋਕਦਾ। ਕੋਈ ਰੋਡ ਤੇ ਲਾ ਲੇ, ਕਿਤੇ ਵੀ ਲਾ ਲੇ, ਕੋਈ ਪਰਮਿਸ਼ਨ ਨਹੀਂ ਹੁੰਦੀ। ਪਰ ਸਾਡੇ ਜੇ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਧਾਰਮਿਕ ਸਥਾਨਾਂ ਨੂੰ ਕਿਉਂ ਰੋਕਿਆ ਜਾਂਦਾ? ਦੂਸਰੀ ਗੱਲ ਆ ਸਾਡੀ ਧਾਰਮਿਕ ਸੰਗਤਾਂ ਰੋਕੀਆਂ ਜਾਂਦੀਆਂ। ਤੀਸਰੀ ਗੱਲ ਆ ਪਿੱਛੇ ਜੇ ਲਗਾਤਾਰ ਧਾਰਮਿਕ ਸਥਾਨਾਂ ਤੇ ਜਿਹੜੇ ਹਮਲੇ ਹੋਏ ਨੇ ਉਹਦੀ ਕਾਰਵਾਈ ਚੱਲ ਰਹੀ ਆ, ਪਰ ਅਜੇ ਤੱਕ ਕੋਈ ਫੜਿਆ ਨਹੀਂ ਗਿਆ। ਕੋਈ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਹੋਈ, ਕੋਈ ਸਰਕਾਰ ਵੱਲੋਂ ਪ੍ਰੋਪਰ ਬਿਆਨ ਨਹੀਂ ਆਇਆ, ਨਾ ਹੀ ਕੋਈ ਸਾਨੂੰ ਅਜੇ ਤੱਕ ਐਦਾਂ ਦਾ ਵਿਸ਼ਵਾਸ ਮਿਲਿਆ ਕਿ ਜਿੱਥੇ ਅਸੀਂ ਸੰਤੁਸ਼ਟ ਹੋ ਸਕੀਏ ਕਿ ਵਾਕਈ ਅਸੀਂ ਸਿਕਿਉਰ ਹਾਂ ਜਾਂ ਸਾਨੂੰ ਗਵਰਨਮੈਂਟ ਹੌਸਲਾ ਦੇ ਰਹੀ ਹੈ, ਕਹਿ ਰਹੀ ਹੈ ਕਿ ਜੋ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਇਸ ਕਰਕੇ ਇਹ ਜਿਹੜੀਆਂ ਸਾਡੀਆਂ 5 ਗੱਲਾਂ ਸੀ, ਇਹਦੇ ਵਿੱਚ ਮੇਨ ਸਾਡੇ ਜਿਹੜੇ ਟਾਰਗੇਟ ਇਹ ਸੀ ਕਿ ਇੱਕ ਤੇ ਸਾਡੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੈ ਸਿਕਿਉਰਿਟੀ ਦਿੱਤੀ ਜਾਵੇ। ਦੂਜੇ ਜਿਹੜੇ ਨੇ ਸਾਡੀਆਂ ਜ਼ਰੂਰਤਾਂ ਨੇ ਕਮਿਊਨਿਟੀ ਹਾਲ, ਕਬਰਸਤਾਨ, ਉਹਦੇ ਪ੍ਰਤੀ ਧਿਆਨ ਕੀਤਾ ਜਾਵੇ। ਤੀਸਰੀ ਜਿਹੜੀ ਮੇਨ ਗੱਲ ਆ, ਸਾਨੂੰ ਮਸੀਹ ਪਾਸਟਰਾਂ ਨੂੰ, ਰੱਬ ਦੇ ਸੇਵਕਾਂ ਨੂੰ ਜਿੱਦਾਂ ਧਾਰਮਿਕ ਗੁਰੂ ਦੂਸਰੇ ਹੁੰਦੇ ਆ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਦਰ ਕਰਦੇ ਹਾਂ। ਸਾਨੂੰ ਸੋਸ਼ਲ ਮੀਡੀਆ ਉੱਤੇ ਅਖੌਤੀ ਸ਼ਬਦ ਕਰਕੇ, ਮਾੜੇ ਸ਼ਬਦ ਕਰਕੇ ਬੋਲਿਆ ਜਾ ਰਿਹਾ, ਇਹਨਾਂ ਦੇ ਪ੍ਰਤੀ ਲਗਾਮ ਲਗਾਈ ਜਾਵੇ। ਅਸੀਂ ਕਿਸੇ ਦੇ ਪ੍ਰਤੀ ਲੜਾਈ ਝਗੜਾ ਕਰਨ ਵਾਸਤੇ ਬਿਆਨਬਾਜ਼ੀ ਨਹੀਂ ਦਿੰਦੇ ਔਰ ਨਾ ਹੀ ਕਦੀ ਅਸੀਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ। ਪਰ ਸਾਡੀਆਂ ਧਾਰਮਿਕ ਭਾਵਨਾ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਠੇਸ ਪਹੁੰਚਾਈ ਜਾ ਰਹੀ ਹੈ ਔਰ ਡਾਇਰੈਕਟ ਬੋਲਿਆ ਜਾ ਰਿਹਾ, ਠੋਕ ਕੇ ਬੋਲਿਆ ਜਾ ਰਿਹਾ, ਆਹ ਕਰ ਦਾਂਗੇ ਇਹਨਾਂ ਨਾਲ, ਇਹ ਕਰ ਦਾਂਗੇ, ਉਹ ਕਰ ਦਾਂਗੇ। ਕਦੀ ਕਿਸੇ ਮਸੀਹ ਆਗੂ ਨੇ ਕਿਹਾ ਕਿ ਅਸੀਂ ਵੀ ਇਹਨਾਂ ਨਾਲ ਆਹ ਕਰ ਦਾਂਗੇ, ਇਹ ਕਰ ਦਾਂਗੇ? ਨਹੀਂ। ਜਿੰਨੀ ਕੁ ਵਾਰੀ ਵੀ ਕੋਈ ਲਾਈਵ ਹੋ ਕੇ ਬੋਲਿਆ ਜਾਂ ਤੁਹਾਡੇ ਦੁਆਰਾ ਬੋਲਿਆ ਕਰ, ਇਹੋ ਹੀ ਕਿਹਾ ਗਿਆ ਕਿ ਅਸੀਂ ਭਾਈਚਾਰੀ ਸਾਂਝ ਚਾਹੁੰਦੇ ਹਾਂ। ਪਰ ਜੇ ਅਸੀਂ ਭਾਈਚਾਰ ਸਾਂਝ ਚਾਹੁੰਦੇ, ਇਹਦਾ ਮਤਲਬ ਇਹ ਥੋੜਾ ਕਿ ਹੁਣ ਸਾਡੇ ਸਿਰ ਤੇ ਸੋਟੇ ਮਾਰ ਦਿਓ। ਇਹਦਾ ਮਤਲਬ ਇਹ ਥੋੜਾ ਕਿ ਹੁਣ ਸਾਨੂੰ ਦਬਾਈ ਜਾਓ ਜਾਂ ਕੋਈ ਸਾਡੇ ਤੇ ਪ੍ਰੈਸ਼ਰ ਪਾਈ ਜਾਓ। ਜੀ ਤੁਸੀਂ ਮੰਗ ਕਰਦੇ ਹੋ ਜੀ ਬੋਰਡ ਬਣਾਉਣ ਦੀ ਹੈ, ਜੋ ਵੀ ਸਹਾਇਤਾ ਉਹ ਤੁਸੀਂ ਮਸੀਹ ਵਾਸਤੇ ਜੇ ਕਿ ਤੁਹਾਡੇ ਜਿਵੇਂ ਬਾਕੀ ਕਮਿਊਨਿਟੀ ਵਿੱਚ ਕਾਸਟਿਜ਼ਮ ਹੈਗਾ ਤੇ ਉਹਨਾਂ ਦੀ ਕਾਸਟ ਬੇਸ ਤੇ ਵੀ ਅਲੱਗ-ਅਲੱਗ ਬੋਰਡ ਬਣੇ ਹੋਏ ਆ, ਕੀ ਤੁਹਾਡੇ ਚ ਕਾਸਟ ਬੇਸ ਤੇ ਬਣਨਗੇ ਕਿ ਇੱਕ ਨਾ? ਨਹੀਂ, ਸਾਡੇ ਵਿੱਚ ਮਸੀਹਤ ਵਿੱਚ ਕੋਈ ਕਾਸਟ ਨਹੀਂ ਹੋਗੀ, ਨਾ ਕੋਈ ਊਚ, ਨਾ ਕੋਈ ਨੀਚ, ਨਾ ਕੋਈ ਵੱਡਾ, ਨਾ ਕੋਈ ਛੋਟਾ।
ਸਾਡੇ ਵਿੱਚ ਕੋਈ ਕਾਸਟ ਨਹੀਂ ਹੁੰਦੀ, ਸਾਡੇ ਵਿੱਚ ਅਸੀਂ ਮਿਨੋਰਿਟੀ ਚਾਹੁੰਦੇ ਆ। ਮਿਨੋਰਿਟੀ ਦੀ ਸਾਡੀ ਇੱਕ ਬਣਿਆ ਹੋਇਆ ਬੋਰਡ, ਪਰ ਜਿਹਦਾ ਅਜੇ ਤੱਕ ਸਾਨੂੰ ਕੋਈ ਪ੍ਰੋਪਰ ਸਹੂਲਤ ਹੀ ਨਹੀਂ ਮਿਲੀ ਹੈ। ਮਿਨੋਰਿਟੀ ਜਿਹੜੇ ਸਾਡੇ ਚੇਅਰਮੈਨ ਨੇ ਡਾਕਟਰ ਇਮਾਨੂਅਲ ਨਾਇਰ ਜੀ, ਉਹਨਾਂ ਨੂੰ ਵੀ ਅਸੀਂ ਕਈ ਐਪਲੀਕੇਸ਼ਨਾਂ ਦੇ ਚੁੱਕੇ ਹਾਂ। ਮੇਰੇ ਖਿਆਲ 'ਚ ਜੇ ਪੂਰੇ ਮਾਲਵਾ ਦੇ ਵਿੱਚ ਸਾਡਾ ਕ੍ਰਿਸਚਨ ਕਮਿਊਨਿਟੀ ਹਾਲ ਇੱਕੋ ਹੀ ਹੈ, ਔਰ ਕਬਰਸਤਾਨ ਸਭ ਤੋਂ ਵੱਡੀ ਸਾਡੀ ਸਮੱਸਿਆ। ਇਹਨਾਂ ਚੀਜ਼ਾਂ ਦੀ ਅਸੀਂ ਪਹਿਲਾਂ ਵੀ ਸਰਕਾਰ ਅੱਗੇ ਮੰਗ ਕਰਦੇ ਹਾਂ, ਹੁਣ ਵੀ ਕਰਦੇ ਹਾਂ। ਦੇਖੋ ਜਿੰਨੀ ਕੁ ਜਾਣਕਾਰੀ ਅਸੀਂ ਲੋਕਾਂ ਤੋਂ ਲਈ ਹੈ ਤੁਹਾਡੇ ਤੋਂ, ਵੀ ਜਿਹੜੇ ਦੂਸਰੇ ਸਮਾਜਾਂ 'ਚ ਐਸੀ ਸਮਾਜ ਤੋਂ ਕ੍ਰਿਸਚਨ ਬਣ ਕੇ ਪਰ ਉਹੀ ਕਾਸਟ ਲੈ ਕੇ ਨਾਲ ਵੀ ਇੱਧਰ ਵੀ ਆ ਗਏ, ਪਰ ਉਹ ਪਿੱਛੇ ਦੂਸਰੀ ਕਾਸਟ ਦੀਆਂ ਸਹੂਲਤਾਂ ਵੀ ਲੈ ਰਹੇ ਆ, ਮਤਲਬ ਕਾਸਟ ਨੂੰ ਨਾਲ ਵੀ ਰੱਖ ਲਿਆ ਪਰ ਮਸੀਹ ਵੀ ਬਣ ਗਏ। ਦੇਖੋ ਮਸੀਹ ਜਿਹੜਾ ਬਣਨਾ ਵਾ, ਸ਼ਬਦ ਬਹੁਤ ਸਾਰੇ ਲੋਕ ਬੋਲਦੇ ਜੀ ਮਸੀਹ ਬਣ ਗਏ, ਮਸੀਹ ਬਣ, ਇਹ ਆਸਥਾ ਜੀ, ਇਹ ਆਸਥਾ ਤੇ ਨਿਰਭਰ ਆ। ਹੁਣ ਬਹੁਤ ਸਾਰੇ ਲੋਕ ਦਰਬਾਰ ਸਾਹਿਬ ਜਾਂਦੇ ਨੇ, ਉਹ ਸਾਰੇ ਸਿੱਖ ਤੇ ਨਹੀਂ ਹੁੰਦੇ। ਜਿਹੜੇ ਚਰਚ ਆਉਂਦੇ ਨੇ ਉਹ ਸਾਰੇ ਮਸੀਹ ਤੇ ਨਹੀਂ ਹੁੰਦੇ, ਉਹ ਆਪਣੀ ਆਸਥਾ ਦੇ ਨਾਲ ਆਉਂਦੇ ਨੇ, ਆਪਣੀ ਇੱਛਾ ਨਾਲ ਆਉਂਦੇ ਤਾਂ ਆਪਣੀ ਇੱਛਾ ਨਾਲ ਚੱਲ ਜਾਂਦੇ। ਨਾ ਕੋਈ ਉਹਨਾਂ ਦਾ ਧਰਮ, ਨਾ ਕੋਈ ਮਜ਼ਹਬ ਆ, ਉਹ ਆਸਥਾ ਰੱਖ ਕੇ ਆਉਂਦੇ, ਤੇ ਨਾ ਹੀ ਅਸੀਂ ਉਹਨਾਂ ਨੂੰ ਹੀ ਰੋਕ ਵੀ ਨਹੀਂ ਸਕਦੇ। ਕਾਸਟ ਖਤਮ ਕਿਵੇਂ ਹੋਈ? ਕਾਸਟ ਦੇ ਨਾਲ ਹੀ ਰਹੀ ਉਹਨਾਂ ਦੀ ਆਸਥਾ ਹੈਗੀ ਉਹਨਾਂ ਦੀ। ਫਿਰ ਉਹ ਆਪਣੀ ਆਸਥਾ ਲੈ ਕੇ ਆਉਂਦੇ ਨੇ, ਪਰ ਜਦੀ ਉਹ ਮਸੀਹ ਬਣਨਾ ਚਾਹੁੰਦਾ ਆਪਣੀ ਇੱਛਾ ਨਾਲ, ਅਸੀਂ ਜੇ ਕੋਈ ਆਪਣੀ ਜਾਤੀ ਨਹੀਂ ਅਸੀਂ ਨਾ ਅਸੀਂ ਜਾਤੀ ਨਹੀਂ, ਬਸ ਜਿਹੜਾ ਪਿੱਛੋਂ ਪੈਦਾ ਹੋਇਆ ਉਹਨੂੰ ਉਦਾਂ ਹੀ ਰੱਖਾਂਗੇ। ਜਾਤੀ ਨਹੀਂ ਅਸੀਂ ਬਦਲ ਸਕਦੇ। ਜਾਤੀ ਤਾਂ ਰਹੇਗੀ ਨਾ। ਨਹੀਂ, ਜਾਤੀ ਜਿਹੜਾ ਪਿਛੋਕੜ ਪੈਦਾ ਹੋਇਆ ਉਹਨੂੰ ਜਾਤੀ, ਉਹ ਤਾਂ ਵਿਸ਼ਵਾਸ ਹੈ ਨਾ। ਇੱਕ ਮਿੰਟ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਣਾ। ਇੱਕ ਮਿੰਟ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਣਾ, ਸੁਣੋ। बिखर जाएंगे आप। ਸਾਡੇ ਚਰਚ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਲੋਕ ਹੈ ਜਿਹੜੇ ਅਸੀਂ ਇੱਕ ਕੌਮ ਦੀ ਗੱਲ ਕਰਦੇ ਹਾਂ, ਇੱਕ ਉਹ ਲੋਕ ਹੈ ਜਿਹੜੇ ਬਤੌਰੇ ਆਸਥਾ ਆਉਂਦੇ ਨੇ, ਜਿਵੇਂ ਦੂਸਰੇ ਅਦਾਰਿਆਂ ਵਿੱਚ ਲੋਕ ਜਾਂਦੇ ਆ। ਉਹਨਾਂ ਦੇ ਨਾਲ ਮਤਲਬ ਜਿਹੜਾ ਹੈ ਉਹ ਪ੍ਰਭੂ ਯਿਸੂ ਜੀ ਨੂੰ ਆਪਣਾ ਮੁਕਤੀਦਾਤਾ ਮੰਨਦੇ ਨੇ, ਪ੍ਰਭੂ ਯਿਸੂ ਜੀ ਨੂੰ ਜਿਹੜੇ ਨੇ ਉਹ ਆਪਣਾ ਸੇਵੀਅਰ ਮੰਨਦੇ ਨੇ, ਉਹਨਾਂ ਦਾ ਵਿਸ਼ਵਾਸ ਹੈ। ਲੇਕਿਨ ਜੇਕਰ ਅਸੀਂ ਇਹ ਗੱਲ ਕਹੀਏ ਕਿ ਉਹ ਆਪਣੀ ਜਾਤੀ ਚੇਂਜ ਕਰ ਲੈਣ ਜਾਂ ਉਹ ਕਰ ਲੈਣ, ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ। ਲੇਕਿਨ ਅਸੀਂ ਜੋ ਹਾਂ, ਵੀ ਆਰ ਆਲ ਕ੍ਰਿਸਚਨ। ਸੋ ਅਸੀਂ ਇੱਕ ਕ੍ਰਿਸਚਨ ਕੌਮ ਦੀ ਗੱਲ ਕਰਦੇ ਹਾਂ, ਕ੍ਰਿਸਚਨ ਚਰਚ ਦੀ ਗੱਲ ਕਰਦੇ ਹਾਂ, ਕ੍ਰਿਸਚਨ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ। ਇਹ ਜਿੰਨੇ ਵੀ ਲੋਕ ਇੱਥੇ ਆਏ ਨੇ, ਚਾਹੇ ਆਸਥਿਕ ਆਸਥਾ ਨਾਲ ਆਏ ਨੇ ਲੋਕ ਨੇ, ਚਾਹੇ ਉਹ ਕ੍ਰਿਸਚਨ ਨੇ, ਪਰ ਇਹਨਾਂ ਸਾਰਿਆਂ ਦੀ ਇੱਕ ਡਿਮਾਂਡ ਜ਼ਰੂਰ ਹੈਗੀ ਆ ਕਿ ਇਹ ਕੌਮ ਇੱਕ ਅੱਛੀ ਕੌਮ ਹੈ ਅਤੇ ਇਹਨਾਂ ਕੋਲੇ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ। मैं ਔਰ ਮੀਡੀਆ ਅਸੀਂ ਕਿਵੇਂ ਪਹਿਚਾਣ ਕਰ ਸਕੀਏ ਵੀ ਇਹ ਆਸਥਾ ਆਦਮੀ ਵੈਸੇ ਹੀ ਆਏ ਜੀ। ਉਹਨਾਂ ਦੇ ਨਾਲ ਕਾਸਟ ਹੈਗੀ ਆ, ਪਰ ਤੁਹਾਡੇ ਜਿਹੜੇ ਦੂਜੇ ਹੈਗੇ ਪੱਕੇ ਜਿਹਨੂੰ ਆਪਾਂ ਕਹਿ ਸਕਦੇ ਜੀ ਜੀ ਅਸੀਂ ਕਿਵੇਂ ਪਹਿਚਾਣ ਕਰਾਂਗੇ? ਕੀ ਕਹਿਣਾ ਚਾਹੁੰਦੇ ਤੁਸੀਂ? इसके ऊपर एक बात मैं कहता, भारत देश का कॉन्स्टिट्यूशन हमें एक बात कहता है जी कि जो व्यक्ति जिस कास्ट धर्म उसमें पैदा हुआ है, ये कास्टिज्म जो रेस है ना, धर्म की वाली कास्ट की बात जो है, गोत्र जिसे भी कहते हैं, जिसमें पैदा हुआ है मरते दम तक उसी में रहे। ठीक है, धार्मिक मान्यताएं उसकी बदल सकती है, थोड़ा सा विश्वास बदल सकता है ना, पर अगर कोई किसी एक समाज से मसीह समाज में आराधना करने के लिए आता है, प्रार्थना करने के लिए आता है, वो आता है। पहली बात तो ये आपने एक सब बात कह दी उसको, है ना, असली नकली नहीं, सब असली है, सब असली, नए पुराने भी नहीं है, सब है। हम हमारे मैं वही कह रहा हूँ, मैं वही कह रहा हूँ। आस्था में मैंने बात बताई कि मैं 10 साल में 8 बार वहाँ गुरुद्वारा साहिब गया। वो हमारी आस्था है। ये मेरी अपनी फ्री विल थी, उसके लिए मुझे ज़रूरी नहीं है कि मैं पगड़ी बांधूं, मुझे ज़रूरी नहीं है कि मैं कुछ और बात को करूं। गया, मुझे जिस तरीके से हाथ जोड़ने हो, मुझे जिस तरीके से मत्था टेकना हो सकता है आपकी तरह मैं लंबे समय तक नहीं करूं, मेरा तरीका, पर मेरा आदर है, मैं यूँ कहूँगा आदर है। बहुत सारे लोग आस्था और आदर से चर्च में आते हैं, वो शायद 10 साल से भी आ रहे हैं, वो शायद 15 से भी आ रहे हैं, जी जी, वो बहुत दिनों से आ रहे हैं, सालों से आ रहे हैं, पर जो बात कास्ट वाली बात है वो उनके साथ तब तक रहती है जब तक वो ज़िंदा है, ये कॉन्स्टिट्यूशन ऑफ इंडिया कहता है। इसलिए ये जो बात है, ये डर बैठा हुआ है जिसे प्रचार भी किया जाता है और लोग डरते भी हैं इस बात से कि जी ये अब ईसाई बन गए तो इसलिए इनका इस कास्ट में, धर्म में नहीं, अब इस कास्ट का जो इनका सहूलियतें हैं वो बंद होनी चाहिए। ये अधिकार कॉन्स्टिट्यूशन ऑफ इंडिया देता है। ठीक है, इस पर बहुत बार बहस हो चुकी, बादल साहब से भी हो गई, सामने बैठकर इसमें
अमरिंदर सिंह साहब से जब वो थे कांग्रेस में, सामने बैठकर इस बात पे, और जो एक्सपर्ट्स हैं इस लाइन के, एडवोकेट्स हैं, उनसे भी इस पर बहुत बहस हो गई। मेरा नाम तो रेवरेंड जॉर्ज मसीह है और ये मीटिंग जो है, ये प्रेस कॉन्फ्रेंस यूनाइटेड क्रिश्चियन वेलफेयर एसोसिएशन के बैनर के नीचे बुलाई गई है। इसमें पंजाब से, हरियाणा से, राजस्थान से, कई जगह से, अलग अलग जगहों से, लगभग 20-22 जगह शहरों से पास्टर्स लोग वो यहाँ पे हैं एक मुद्दे पे बात करने के लिए। और वो मुद्दा ये है कि आज मसीही समाज के ऊपर अलग अलग तरीके के झूठे सच्चे लांछन लगाए जा रहे हैं, दोष लगाए जा रहे हैं, और जिनमें बहुत सारी चीज़ें हैं जो किसी भी तरीके से आज तक प्रूफ हुई नहीं। पर कुछ लोग, कुछ समूह जो राजनीति से प्रेरित हैं, बेसिकली वो इस तरीके की आवाज़ उठा रहे हैं या उठवा रहे हैं, ये ऐसे परिस्थितियां पैदा कर रहे हैं जिससे कि समाज में मसीही और दूसरे समाजों के प्रति कई मतभेद पैदा हो, आपस में क्लैश पैदा हो। वो नहीं चाहते हैं किसी तरीके से कि देश में शांति हो, एकता हो, क्योंकि उससे उनकी राजनीति की रोटियां जो है ना वो नहीं सेकी जाती हैं। उनकी राजनीति की रोटियां तभी सेकी जाती हैं जबकि धर्म को भड़का कर, धार्मिक लोगों को भड़का कर, है ना, और कुछ इस तरीके की बातों को झूठी सच्ची पैदा करके, जिनकी भी बात करते हैं हम, और लोगों को भड़का के झगड़ा पैदा कराया जाए। जिनमें से बहुत सारा एक बड़ा मुद्दा हमेशा रहा है धर्मांतरण का। धर्मांतरण, पहली बात, हर एक व्यक्ति को भारत देश के संविधान के अनुसार अपनी मर्जी से धर्म चुनने की, मानने की इजाज़त है। कोई भी किसी भी मठ में जाता है, मसीहों को अगर छोड़ दे, बाकी सभी समाजों की मैं बात कर रहा हूँ, कोई किसी जगह जाता है, किसी को कोई तकलीफ नहीं है। कोई चर्च में आता है तो तकलीफ है। चर्च के लोग, मैं पिछले 10 साल में 8 बार हरमिंदर साहिब गुरुद्वारा गए। अभी 22 तारीख को भी मैं वहाँ था, गुरुद्वारा साहिब में, अपने परिवार के साथ था। और वहाँ जाकर जिस तरीके से भी मुझे आदर भाव दिखाना था, मैं था परिवार के साथ, अपने बच्चों को भी, बेटे को समझा रहा था कि हमें एक दूसरे के धर्म का आदर करना चाहिए। मेरे घर में जहाँ बाइबल से रिलेटेड और किताबें रखी हैं और बाइबल धर्मशास्त्र रखा है, वहाँ ग्रंथ साहब भी है, उसकी कुछ कॉपी हैं। वहाँ मेरे पास रामायण भी है, तुलसीदास जी की भी है, वाल्मीकि जी की भी है, उनकी लिखी हुई। वहाँ मेरे पास कुरान भी है, हिंदी, इंग्लिश, उर्दू मुझे नहीं आती है, पर इंग्लिश और उर्दू में जब ज़रूरत होती है, मुझे कुछ क्लैरिफिकेशन किसी उर्दू वाले बुजुर्ग से, उसको क्लियर कर लेता हूँ, है ना। सब धर्मों का हम आदर करते हैं। आज तक मसीही समाज ने किसी धर्म का, किसी समाज का अनादर नहीं किया किसी भी तरीके से। स्कूलों में किसी ने वीडियो डाली जी कि इनका पंजाब की और भारत देश की आज़ादी में या तरक्की में क्या योगदान है मसीहियों का। योगदान बताते हैं। आज सबसे बेस्ट स्कूल अगर किसी भी शहर में माने जाते हैं तो वो मसीही। हर जगह पे हर व्यक्ति जो कितना भी पैसे वाला है या किसी तरीके से गरीब से है, कोशिश ये रहती है कि हमारे बच्चे क्रिश्चियन स्कूल में पढ़ें। हमने इंजीनियरिंग कॉलेज दिए, मेडिकल कॉलेजेस दिए। हर एक कोशिश करता है कि सीएमसी वेल्लोर या सीएमसी लुधियाना में हमारे बच्चे ट्रेनिंग करें। इफ़ यू आर सो बैड, अगर हम इतने बुरे हैं तो क्यों हमारे स्कूलों को, और पूरे पंजाब की अगर बात करें तो करीब 450, मैं नॉर्मल वे में गिन रहा था, 457 क्रिश्चियन स्कूल हैं पूरे पंजाब में। और पिछले दिनों में अजायब सिंह जी थे जो माइनॉरिटी कमीशन नेशनल के मेंबर थे, पंजाब में आए हुए थे, शायद ये 2014 की बात है।
14-15 की। 14-15 तब ये मुद्दा उठा था। उन्होंने डीसी साहब से पूछा तुम्हारे कहाँ के पढ़े हो, कि मैं खुद क्रिश्चियन स्कूल का पढ़ा हूँ। एसएसपी डीएसपी साहब थे, मैं भी क्रिश्चियन स्कूल का पढ़ा हूँ। बच्चे कहाँ पढ़ते हैं? क्रिश्चियन स्कूल में पढ़ते हैं। नेताजी से पूछिए, और जो ये बात उठाते हैं उनके भी बच्चे क्रिश्चियन स्कूलों में पढ़ते हैं, और हम किसी से मतभेद नहीं करते। हर क्रिश्चियन स्कूल में नेशनल एंथम गाया जाता है। फाजिलका की बात है पुरानी, वहाँ इस तरीके का झगड़ा पैदा हुआ और एसडीएम साहब ने सब लोगों को बुला लिया, हमें भी बुला लिया। चले गए जी कि जी ये लोग अपने स्कूलों में नेशनल एंथम नहीं गाते हैं। उन्होंने कहा अच्छा तुम आओ सुनाओ। उनमें से कोई नहीं सुना पाया। हमारा एक 3rd और 4th का बच्चा था, फाजिलका की बात कर रहा हूँ, पुरानी बात है। उसे सामने खड़ा कि बेटा कौन से स्कूल पढ़ते हो? नाम बताया, मुझे नाम स्कूल का याद नहीं है अभी। अगर उस स्कूल में पढ़ते हो तो आपको पता होगा सुबह प्रेयर होती है, नेशनल एंथम रोज गाते हैं। अभी गा सकते हो? बिना रुके उस बच्चे ने सुना दिया, है ना। एजुकेशन की बात किसी ने डाल दिया कि ये ऐसे करके ईसाई बना रहे हैं। क्या कर रहे हैं? छुटपन में ही बच्चों को फ्री एजुकेशन देते हैं। गांव के गांव जो है इनके स्कूलों में पढ़ते हैं और वो ईसाई बन जाते हैं। मुझे एक, ऐसा नहीं है, मैं चैलेंज दे रहा हूँ, एक स्कूल ऐसा बताएं जहाँ पे ऐसा है कि हम बिल्कुल फ्री में एजुकेशन दे रहे हैं। हाँ, हम सस्ती एजुकेशन देते हैं, क्वालिटी एजुकेशन देते हैं, देश में से बेस्ट आईएएस आईपीएस निकालते हैं, कोशिश करते हैं। मेडिकल में जहाँ बड़े बड़े हॉस्पिटल्स में स्टैंड, साइकिल स्टैंड और स्कूटर स्टैंड, कार स्टैंड के जो वो हैं ठेके उठते हैं महंगे महंगे जाने के लिए, कैंटीनें महंगी जाती हैं। क्रिश्चियन मेडिकल कॉलेजेस में, हॉस्पिटल्स में, आप दिल्ली चले जाइए, होली फैमिली में, सेंट स्टीफन में, आप अपनी कार खड़ी करेंगे, 1 रुपया भी पार्किंग का नहीं मांगते। लोग 2-2, 3-3 दिन के लिए भी रख कर चले जाते हैं, कोई पैसा नहीं लगता है। यहाँ तो, और इलाज के लिए सारे हॉस्पिटल बहुत अच्छा कर रहे हैं, बट वी आर नॉट टू अर्न द मनी, बट वी आर हेयर टू गिव द सर्विसेज। हम पैसा कमाने के लिए स्कूल नहीं खोले, हमारे मेडिकल कॉलेजेस पैसा कमाने के लिए नहीं है, हॉस्पिटल्स जो है पैसा कमाने के लिए इलाज नहीं करते। हम इसलिए हैं ताकि बेस्ट और सस्ता इलाज दे सके। इसलिए जब किसी से नहीं संभलता है, वो अफोर्ड नहीं कर सकता बड़े महंगे महंगे किसी भी, फिर हॉस्पिटल का नाम नहीं लूँगा, पर वो कोशिश करता है सीएमसी चला जाऊँ जहाँ मुझे सस्ता इलाज मिल जाएगा, जहाँ मुझे अच्छा इलाज मिल जाएगा, गरीबी में कर पाऊँगा। एक बात और कहूँगा, जब आप देखते हैं इलेक्शन आते हैं ना, एक अफवाह उड़ती है, एक गाड़ी पकड़ी गई जी, उसमें इतनी दारू थी। उस गाड़ी में क्या निकलता है जी? क्या निकलता है? दारू की बोतलें, है ना। यह नशा पकड़ा जाता है, और अलग अलग तरीके से। एक पकड़ा जाता है, इतना पैसा निकला इसमें जो बांटने के लिए जा रहे थे, पैसा पकड़ा जाता है। बहुत बार कहा जाता है ईसाई लोग जो है पैसे देकर ईसाई बनाते हैं। आप स्टैटिस्टिक्स उठा के देखें, भारत देश में सबसे ज़्यादा बेरोजगारी ईसाइयों में है। ये मेरे नहीं है, किसी क्रिश्चियन ऑर्गेनाइजेशन के स्टैटिस्टिक्स नहीं है, ये भारत देश के स्टैटिस्टिक्स है गवर्नमेंट के। सबसे ज़्यादा बेरोजगारी ईसाइयों में है। अगर हमारे पास इतना पैसा होता तो मेरे इतने परिवार हैं जो बिना छत के रहते हैं, झोंपड़ियों में रहते हैं, पर कभी कोई पकड़ा गया बातों के अलावा कि जी वो उसको इतना पैसा दे रहे थे? एक भी केस ऐसा नहीं आया। ये झूठे बातें हैं, तोड़ने के लिए, बिखेरने के लिए, धार्मिक विधियों से जोड़ने के लिए। पता नहीं उनकी धार्मिक बैकग्राउंड क्या है। मेरी इन राजनेताओं से भी अपील है, राजनीति में धर्म लाने की कोशिश करें, धर्म में राजनीति क्रिएट करने की कोशिश ना करें। डोंट प्ले डर्टी गेम्स।
मसीही समाज ने आज तक भारत देश में, अभी आपने देखा 27 तारीख को पंजाब में ईसाइयों ने कहा था पंजाब बंद करेंगे। गवर्नमेंट ने हमसे कहा कि जी आप बंद करना मांग रहे हो, मत करो, हम आपकी मदद करेंगे। हमने बैक ले लिया, है ना, रिवर्ट कर दिया उसे फैसले को। उसके बाद गुरु हर साहिब में हमारे कुछ लोगों ने कहा जी हम करेंगे। अगर आपने उसे देखा है, किसी की हाय हाय नहीं, कोई तोड़ाफोड़ी नहीं, कोई खड़े होके कुछ जलाया नहीं गया। क्या कर रहे थे आप ध्यान से देखें, नहीं तो मिल जाएगा, वो भजन गा रहे थे, है ना जी। दिस इज व्हाट इज द रियल क्रिश्चियनिटी। भजन गा रहे हैं वहां पे खड़े होके, ये हमारी पहचान है। तोड़ फोड़ नहीं कर रहे हैं, इल्जाम नहीं लगा रहे हैं। जिन्होंने बुरा कहा, बाइबल सिखाती है, यीशु मसीह ने सिखाया है कि जो तुम्हारा बुरा करे उनके लिए भी प्रार्थना करो, उनके लिए भी भला करो। एक दूसरे को जो लोग इस बात में आ जाते हैं, चाहे वो पॉलिटिकल रीज़न से या कैसे, वो ना ऐसा करें, बल्कि हकीकत को जांचें। मीडिया इस बात को देखे कि हकीकत क्या है, उसके पे बात करें जी। आपका बहुत अच्छा सवाल है, ये आज बड़ा आम सवाल है। आई रिस्पेक्ट दैट। हाँ जी, हाँ जी, बोलिए सवाल। चमत्कार को लेकर जो गांव में आपके लोग जाते हैं, कौन जाते हैं, असली नकली, को हमें जानकारी नहीं। सब असली है। वो जाके कहते हैं कि आपको स्वर्ग में जाकर मकान मिलेगा। आज ही मेरी सुबह एक से बात हुई है, वो कहता मेरे से बहुत पैसा लिया है, ये कहते कि स्वर्ग में आपका मकान बन रहा है। हमारा एजेंट है, एजेंट को बताना। नहीं, वो सही कर रहे हैं, वो सही जगह है। उनका सवाल ठीक है, एजेंडे में बिल्कुल है जी, बिल्कुल ये सही बात है। मैं उस पर आने वाला था। इससे पहले कि मैं आपका जवाब दूं, आप मुझे एक छोटी सी बात बता दें, कौन सा एक धार्मिक समाज है जिसमें आश्चर्य कर्म या चंगाइयाँ नहीं होती हैं? आप सिख समाज से आते हैं, आई रियली रिस्पेक्ट दैट। क्या सिख समाज में आश्चर्य कर्म नहीं होते? समाज में मैं जो आपका ग्रंथ है, मैं उसकी बात कर रहा हूँ। हाँ, मैं समाज की नहीं, मैं उसी की बात कर रहा हूँ। क्या जब आराधना होती है, अरदास होती है या प्रार्थना होती है अपने अपने तरीके से, किस समाज में ये क्लेम नहीं किया जाता कि हमारे यहाँ पर चंगाई नहीं होती? अगर दूसरे समाज में होती है तो मसीह समाज में भी होती है, या फिर सब ये कहें कि हमारे यहाँ नहीं होती है। फिर बहुत सारी वीडियोस, बहुत सारे क्लेम्स, ईसाई अगर 10 बोलते हैं तो ऐसी 1000 क्लेम्स जो हैं भी आपको मिलेंगे। बड़ी बड़ी जगहों पे, धार्मिक स्थल पर ये कहा जा रहा है यहाँ आने से ये चंगाई मिलती है, यहाँ आने से दुष्ट आत्माओं को जाता है, यहाँ स्वर्ग की आप बात कर रहे थे, यहाँ आने से स्वर्ग का दरवाज़ा खुलता है। जो सोशल मीडिया पे वीडियोस वायरल हो रही हैं जी, आपके समागम में जो हो रहा है, उसको लेकर काफ़ी सोशल मीडिया पे बवाल भी हुआ है, उसको आप कैसे देखते हैं? इसको सिर्फ ये पॉलिटिकल स्टंट है, सिर्फ फैलाने की बात है। हमें तो पकड़ लिया, सही को ट्विस्ट करके बोला। पार्शियल ट्रुथ इज वेल सेड, जो होता है वो सही है। इज वेल सेड, पार्शियल ट्रुथ इज इक्वलेंट टू फुल लाई। आधी सच्चाई पूरे झूठ के बराबर होती है। मीडिया भी जो दिखा रही है या आप तक जितना पहुंचाया जा रहा है, मैं यूँ कहूँगा विद ऑल ड्यू रिस्पेक्ट, मैं सोशल मीडिया की भी बात कर रहा हूँ, वो आधी बात दिखाई जा रही है, आधी बात दिखाई जा रही है। हाँ, मैं कह रहा हूँ हमारे यहाँ पे बिल्कुल होते हैं जी, आश्चर्य कर्म होते हैं, बीमार भी चंगे होते हैं। पर मेरा सवाल दूसरा यही है सब सुनने वालों से, क्या आपके धार्मिक समाज में ये नहीं होता है? अगर नहीं होता है तब मैं कहूँगा मेरे यहाँ नहीं होता है। पहले ऑनलाइन ये कहें कि हमारे समाज में नहीं होता है, मैं ये कहने के लिए। समाज में होता है, पर धार्मिक ग्रंथ इस चीज को मानता नहीं है। तो किसका धार्मिक ग्रंथ नहीं मांगता है जी? एक 2 मिनट, एक मिनट सर, एक मिनट। मैं सबसे नहीं सर, एक मैं मिनट, सबसे- एक मिनट। 2 मिनट। ਦੇਖੋ ਸਾਡੇ ਅਸੀਂ ਪਵਿੱਤਰ ਬਾਈਬਲ ਦੇ ਉਪਾਸਕ ਹਾਂ। ਸਾਡਾ ਪਵਿੱਤਰ ਗ੍ਰੰਥ A to Z ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਜਦ ਪ੍ਰਭੂ ਯਿਸੂ ਜੀ ਇਸ ਸੰਸਾਰ ਵਿੱਚ ਆਏ, ਉਹਨਾਂ ਨੇ ਖੁਦ ਚਮਤਕਾਰ ਕੀਤੇ ਅਤੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਇਹ ਅਧਿਕਾਰ ਦਿੱਤਾ ਕਿ ਜਾਓ, ਜਾ ਕੇ ਤੁਸੀਂ ਮੇਰੇ ਨਾਮ ਵਿੱਚ ਇਹ ਵੱਡੇ ਵੱਡੇ ਚਮਤਕਾਰ ਕਰੋਗੇ। ਅੱਜ ਉਹ ਚਮਤਕਾਰ ਹੁੰਦੇ ਨੇ। ਜਦੋਂ ਅਸੀਂ ਮੀਡੀਆ ਨੂੰ ਦੇਖਦੇ ਹਾਂ, ਨੈੱਟ ਨੂੰ ਖੋਲ੍ਹ ਕੇ ਦੇਖਦੇ ਹਾਂ, ਸਾਡੇ ਕੋਲ ਰਿਕਾਰਡ ਪਏ ਨੇ, ਔਨ ਰਿਕਾਰਡ ਪਏ ਨੇ ਜਿਹੜੇ ਵੱਡੇ ਵੱਡੇ ਚਮਤਕਾਰ ਹੋਏ ਨੇ। ਮੈਂ ਖੁਦ ਇੱਕ ਚਮਤਕਾਰ ਬੈਠਾ ਹੋਇਆ
ਕਿ ਮੈਂ ਇੱਕ ਉਸ ਜੀਵਨ ਚੋਂ ਨਿਕਲ ਕੇ ਆਇਆ ਜਿਹਨੂੰ ਕਿਸੇ ਵੀ ਦੁਨੀਆ ਦੇ ਕਿਸੇ ਵੀ ਅਦਾਰੇ ਨੇ ਬਚਾ ਨਹੀਂ ਸਕਿਆ। ਇਹ ਸਿਰਫ ਤੇ ਸਿਰਫ ਇੱਕ ਪਰਮੇਸ਼ਵਰ ਪਿਤਾ ਜੀ ਦਾ ਚਮਤਕਾਰ ਹੈ। ਸੋ ਅੱਜ ਚਮਤਕਾਰ ਪਵਿੱਤਰ ਬਾਈਬਲ ਵਿੱਚ ਲਿਖੇ ਹੋਏ ਨੇ, ਇਹ ਹੁੰਦੇ ਆ ਤੇ ਹੁੰਦੇ ਰਹਿਣਗੇ, ਅਤੇ ਨਾ ਤੁਹਾਡੇ ਲੋਕਾਂ ਦੇ ਕਹਿਣ ਨਾਲੇ ਬੰਦ ਹੋ ਸਕਦੇ ਆ ਤੇ ਨਾ ਹੋਣਗੇ। ਅਸੀਂ ਬੰਦ ਜਾਂ ਸ਼ੁਰੂ ਕਰਨ ਦੀ ਗੱਲ ਜੀ ਬੋਲੀਏ। ਤੇ ਇਹ ਸਵਾਲ ਪੁੱਛਿਆ ਵੀ ਹੈਗੇ ਕਿ ਨਹੀਂ हाँ है जी, है ਇਹੀ ਗੱਲ ਮੈਂ ਕਹਿ ਰਿਹਾ, बिल्कुल है। ਪਵਿੱਤਰ ਬਾਈਬਲ